ਚੈਨਲ ਸੁਪਨ ਉਡਾਰੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਖੁਸ਼ਪ੍ਰੀਤ ਕੌਰ ਸ਼ੇਰਗਿੱਲ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਕਰੋਨਾ ਮਹਾਮਾਰੀ ਦੇ ਕਰਕੇ ਅਸੀਂ ਜੋ ਕੁਝ ਵਕਫਾ ਪੈ ਗਿਆ ਸੀਗਾ ਉਸ ਦੇ ਲਈ ਸਾਨੂੰ ਬਹੁਤ ਖੇਦ ਹੈ, ਪਰ ਅੱਜ ਸਾਨੂੰ ਮੌਕਾ ਮਿਲਿਆ ਹੈ ਇੱਕ ਬਹੁਤ ਹੀ ਉਮਦਾ ਸ਼ਖਸੀਅਤ ਦੇ ਨਾਲ ਆਪ ਸਭ ਨੂੰ ਰੂਬਰੂ ਕਰਵਾਉਣ ਦਾ, ਜਿਨ੍ਹਾਂ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਤੇ ਨਾਮ ਹੈ ਉਹਨਾਂ ਦਾ ਅਤਰਜੀਤ ਸਿੰਘ ਜੀ। ਸੋ ਸਰ ਬਹੁਤ-ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸਾਡੇ ਚੈਨਲ ਸੁਪਨ ਉਡਾਰੀ ਦੇ ਵਿੱਚ। ਸੁਪਨ ਉਡਾਰੀ ਦੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ, ਸਵਾਗਤ, ਬਹੁਤ-ਬਹੁਤ ਪਿਆਰ ਮੇਰੇ ਵੱਲੋਂ। ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡੇ ਰੂਬਰੂ ਹੋ ਰਿਹਾ। ਜੋ ਵੀ ਜ਼ਿੰਦਗੀ ਦੇ ਤਜਰਬੇ ਨੇ ਮੈਂ ਆਪਣੇ ਤੁਹਾਡੇ ਨਾਲ ਸਾਂਝੇ ਕਰਾਂਗਾ। ਸਰ ਸਭ ਤੋਂ ਪਹਿਲਾਂ ਆਪਾਂ ਸਵਾਲ ਕਰਦੇ ਹਾਂ ਤੁਹਾਡੇ ਬਚਪਨ ਬਾਰੇ, ਵੀ ਤੁਹਾਡਾ ਬਚਪਨ ਜਿਹੜਾ ਹੈ ਉਹ ਕਿੱਥੇ ਬੀਤਿਆ, ਜਾਂ ਮੈਂ ਜ਼ਰੂਰੀ ਜਿਹੜੀ ਚੀਜ਼ ਮੈਨੂੰ ਲੱਗਦੀ ਆ ਸਾਡੇ ਦਰਸ਼ਕਾਂ ਨੂੰ ਦੱਸਣੀ ਹੋਈ ਹੈ ਕਿ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਡਾ ਜਨਮ ਕਿੰਨਾ ਵੇਲੇ ਆਉਂਦਾ ਗਾ, ਤਾਂ ਕਿ ਆਪਾਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਜਨਮ ਦੇ ਸਮੇਂ ਨਾਲ ਜੁੜੀਆਂ ਹੋਈਆਂ ਉਹਨਾਂ 'ਤੇ ਵੀ ਝਾਤ ਮਾਰ ਸਕੀਏ। ਮੇਰਾ ਜਨਮ ਅੰਗਰੇਜ਼ੀ ਰਾਜ ਦੇ ਸਮੇਂ ਬੇਟੇ 1941, ਕਾਗਜ਼ਾਂ ਵਿੱਚ 1941 2 ਜਨਵਰੀ ਲਿਖਿਆ ਹੋਇਆ ਹੈ। ਵੈਸੇ ਮੇਰੀ ਮਾਤਾ ਜੀ ਕਹਿੰਦੀ ਹੁੰਦੀ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਦੂਜੇ ਦਿਨ ਮੇਰਾ ਜਨਮ ਹੋਇਆ ਸੀ, ਕੱਤੇ ਦੀ ਪੂਰਨਮਾਸ਼ੀ ਤੋਂ ਅਗਲੇ ਦਿਨ। ਚਲੋ ਖੈਰ, ਕਾਗਜ਼ਾਂ ਮੁਤਾਬਕ ਮੈਂ ਹੁਣ 81ਵੇਂ ਸਾਲ ਵਿੱਚ ਚੱਲ ਰਿਹਾ। ਪਿੰਡ ਮੰਡੀ ਕਲਾਂ ਮੇਰੀ ਜਨਮ ਭੂਮੀ ਹੈ। ਬਹੁਤ ਛੋਟਾ ਸੀ, ਅਜੇ ਮੈਂ 5-6 ਸਾਲ ਦਾ 6-7 ਸਾਲ ਦਾ ਹੋਊਂਗਾ ਜਦੋਂ ਮੇਰੇ ਪਿਤਾ ਜੀ ਦਾ ਮਰਡਰ ਹੋ ਗਿਆ ਸੀ। ਬਾਅਦ ਵਿੱਚ ਸਾਡਾ ਇਹ ਪਰਿਵਾਰ ਜਿਹੜਾ ਸੀ, 2 ਭਰਾ ਸੀ ਅਸੀਂ, ਅਤੇ ਇੱਕ ਭੈਣ ਵੀ ਸੀ। ਉਹ ਨਾਲ ਦੀ ਨਾਲ ਹੀ ਮੇਰੀ ਭੈਣ ਜਿਹੜੀ ਸੁਰਗਵਾਸ ਹੋ ਗਈ ਸੀ ਮੇਰੇ ਬਾਪ ਦੇ ਨਾਲ ਹੀ 6 ਦਿਨਾਂ ਬਾਅਦ। ਅਤੇ ਮੇਰੇ ਤਾਇਆ ਜੀ ਨੇ ਪਾਲਿਆ ਪੋਸਿਆ। ਬਾਬਾ ਸਾਡਾ ਜਥੇਦਾਰ ਚੰਨਣ ਸਿਉਂ ਖੇਤੀ ਵੀ ਕਰਦੇ, ਮਜ਼ਾਰੇ ਸੀਗੇ ਅਸੀਂ ਸਰਦਾਰਾਂ ਦੇ, ਤਾਣੀ ਤੂਣੀ ਬੁਣਨ ਦਾ ਅਤੇ ਉਹਨਾਂ ਦਾ ਜਿਹੜਾ ਕਾਰੋਬਾਰ ਸੀ। ਉਹਦੇ ਹਿਸਾਬ ਨਾਲ ਮੈਨੂੰ ਬੜੀਆਂ ਮੁਸ਼ਕਿਲਾਂ ਨਾਲ ਉਹਨਾਂ ਨੇ 10ਵੀਂ ਕਰਾਉਣ ਤੋਂ ਬਾਅਦ ਗਿਆਨੀ ਕਰਵਾਈ, ਗਿਆਨੀ ਤੋਂ ਬਾਅਦ ਕਰਨਾਲ ਤੋਂ ਓਟੀ ਕੀਤੀ। ਇਸ ਤਰ੍ਹਾਂ ਕਰਕੇ ਮੇਰਾ ਜਿਹੜਾ ਜਨਮ ਸਥਾਨ ਤੋਂ ਲੈ ਕੇ ਬਾਕੀ ਦੀ ਸਾਰੀ ਜ਼ਿੰਦਗੀ ਮੇਰੀ ਸੰਘਰਸ਼ਾਂ ਭਰੀ ਹੀ ਜ਼ਿੰਦਗੀ ਹੈ। ਲੇਕਿਨ ਮੰਡੀ ਕਲਾਂ ਦੀ ਧਰਤੀ ਨੇ ਜਿਹੜਾ ਮੈਨੂੰ ਯੋਗਦਾਨ ਪਾਇਆ ਇਸ ਗੱਲ ਦੇ ਵਿੱਚ, ਬਚਪਨ ਤੋਂ ਹੀ ਮੈਨੂੰ ਜਿਹੜੇ ਚੰਗੇ ਗਿਆਨ ਵਾਲੀ ਗੱਲ ਘਰ ਦੇ ਵਿੱਚੋਂ ਮਿਲਦੀ ਰਹੀ। ਔਕੜਾਂ ਦੇ ਬਾਵਜੂਦ ਘਰ ਵਿੱਚ ਇੱਕ ਪ੍ਰਵਾਹ ਸੀ, ਮਾਈਆਂ ਦੇ ਪੱਗਾਂ ਬੰਨ੍ਹੀਆਂ ਹੁੰਦੀਆਂ, ਦਸਤਾਰਾਂ ਸਜਾਈਆਂ ਹੁੰਦੀਆਂ, ਸਿੰਘਾਂ ਦਾ ਪਰਿਵਾਰ ਸੀ ਸਾਰੇ ਦਾ ਸਾਰਾ, ਸੂਸੀਆਂ ਪਾਈਆਂ ਹੁੰਦੀਆਂ, ਰੇ ਪਜਾਮੀਆਂ ਸਾਡੀਆਂ ਦਾਦੀਆਂ ਦੇ। ਗਰੀਬੀ ਹੋਣ ਦੇ ਬਾਵਜੂਦ ਬਹੁਤ ਸਾਫ਼ ਸਫਾਈ ਕੱਚੇ ਜਿਹੇ ਖੋਲੇ ਦੇ ਵਿੱਚ, ਯਾਨੀ ਇੰਨੀ ਸਾਫ਼ ਸਫਾਈ ਮੈਨੂੰ ਅੱਜ ਵੀ ਯਾਦ ਆ ਜਾਂਦੀ ਹੈ। ਸਾਰੇ ਲੋਕ ਇਹ ਮੰਨਦੇ ਹੁੰਦੇ ਸੀ ਵੀ ਇਸ ਪਰਿਵਾਰ ਦੀ ਜਿਹੜੀ ਸਾਫ਼ ਸਫਾਈ ਬੇਹੱਦ ਜ਼ਿਆਦਾ। ਇਹੋ ਜਿਹੇ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਜਿਵੇਂ ਸਰ ਤੁਸੀਂ ਦੱਸਿਆ ਵੀ ਘਰ ਦੇ ਵਿੱਚ ਗਰੀਬੀ ਬਹੁਤ ਸੀਗੀ ਹੈ ਨਾ, ਤਾਂ ਉਸ ਵਕਤ ਜੇ ਆਪਾਂ ਗੱਲ ਕਰੀਏ ਵੀ ਜੋ ਮਤਲਬ ਬੱਚੇ ਹੁੰਦੇ ਨੇ ਉਹਨਾਂ ਦੇ ਉੱਤੇ ਪਰਿਵਾਰ ਨੂੰ ਚਲਾਉਣ ਦਾ ਇੱਕ ਬੋਝ ਹੁੰਦਾ ਗਾ, ਤਾਂ ਜਿਵੇਂ ਹੁਣ ਤੁਸੀਂ ਇਸ ਸਾਹਿਤਕ ਲਾਈਨ ਦੇ ਵਿੱਚ ਆਏ, ਸੋ ਇਸ ਦੀ ਚੇਟਕ ਜਿਹੜੀ ਆ ਉਹ ਤੁਹਾਨੂੰ ਕਦੋਂ ਲੱਗੀ, ਜਾਂ ਕਿਵੇਂ ਤੁਸੀਂ ਇਸ ਖੇਤਰ ਦੇ ਵਿੱਚ ਆਪਣਾ ਪੈਰ ਧਰਾਵਾ ਕੀਤਾ ਜੀ? ਮੈਂ ਬਹੁਤ ਛੋਟਾ ਸੀ ਬੱਚੇ। ਮੈਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰ ਨੂੰ ਤੋਰਨ ਵਿੱਚ ਵੀ ਮੈਂ ਦਿਹਾੜੀਆਂ ਵੀ ਕੀਤੀਆਂ, ਬਹੁਤ ਔਖਾਂ ਝੱਲੀਆਂ ਪੜ੍ਹਦਿਆਂ। ਲੇਕਿਨ ਉਸ ਵੇਲੇ ਮੇਰੇ ਲਈ ਇੱਕ ਖੁਸ਼ਖਬਰੀ ਵਾਲੀ, ਜਾਂ ਇਹ ਕਹਿ ਲਈਏ ਵੀ ਬਹੁਤ ਚੰਗੇ ਪੱਖ ਮੈਨੂੰ ਜ਼ਿੰਦਗੀ ਦੇ ਵਿੱਚ ਮਿਲੇ। ਮੇਰੇ ਤਾਏ ਜੀ ਦਾ ਲੜਕਾ ਸੀ ਨਛੱਤਰ ਸਿੰਘ, ਹੁਣ ਤਾਂ ਸੁਰਗਵਾਸ ਹੋ ਚੁੱਕੇ ਨੇ। ਉਹਨਾਂ ਨੂੰ ਪੰਜਾਬੀ ਸਿੱਖ ਲਈ ਉਹਨਾਂ ਨੇ ਚਿੱਠੇ ਚੁੱਠੇ ਪੜ੍ਹਨ ਦਾ ਬਹੁਤ ਸ਼ੌਕ ਸੀ। ਇੱਕ ਵਾਰ ਉਹ ਰੂਪ ਬਸੰਤ ਦਾ ਚਿੱਠਾ ਅਤੇ ਇੱਕ ਜ਼ਿੰਦਗੀ ਬਿਲਾਸ ਨਸੀਹਤ ਬਿਲਾਸ, ਇਸ ਤਰ੍ਹਾਂ ਦੇ ਚਿੱਠੇ ਘਰ ਦੇ ਵਿੱਚ 3 ਹੁੰਦੇ ਸੀ। ਉਹ ਚਿੱਠੇ ਮੇਰੇ ਕੋਲੋਂ ਸਾਡੀਆਂ ਬਜ਼ੁਰਗ ਮਾਤਾਵਾਂ, ਭੈਣਾਂ, ਭੂਆ ਹੋਰੀ ਜੋ ਵੀ ਸਾਂਝਾ ਪਰਿਵਾਰ ਸੀ ਇਕੱਠਾ, ਉਹ ਮੈਥੋਂ ਰਾਤ ਨੂੰ ਸੁਣਦੇ, ਮੈਂ ਪੜ੍ਹ ਕੇ ਸੁਣਾਉਂਦਾ। ਉਹ ਕਈ ਵਾਰ ਦੁਹਰਾਏ ਗਏ, ਹਰ ਵਾਰ ਜਾਣੀ ਮੇਰੀ ਆਵਾਜ਼ ਬੜੀ ਵਧੀਆ ਸੀ। ਪੰਜਾਬੀ ਮੈਨੂੰ ਦੂਜੀ ਜਮਾਤ ਵਿੱਚੋਂ ਹੀ ਬਹੁਤ ਵਧੀਆ ਆਉਂਦੀ ਸੀ। ਜਾਣੀ ਦੂਜੀ ਜਮਾਤ ਤੋਂ ਸ਼ੁਰੂ ਕਰਦਿਆਂ ਇਹ ਕਹਿ ਸਕਦੇ ਹਾਂ ਵੀ 6ਵੀਂ ਜਮਾਤ ਤੱਕ, 4 ਜਮਾਤਾਂ ਤੱਕ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿੰਨੇ ਵਾਰ ਮੇਰੇ ਕੋਲੋਂ ਚਿੱਠੇ ਦੁਹਰਾਏ ਹੋਣਗੇ। ਉਹਦੇ ਨਾਲ ਇੱਕ ਸੰਗੀਤਮਈ ਜਾਣੀ ਜਿਹੜਾ ਵਾਤਾਵਰਨ ਮਨ ਦੇ ਵਿੱਚ ਉਸਰ ਜਾਂਦਾ ਨਾ, ਉਹ ਮੇਰੇ ਮਨ ਦੇ ਵਿੱਚ ਕਿਤੇ ਆ ਗਿਆ। ਫਿਰ ਇਹ ਮੇਰੇ ਬਾਈ ਜੀ ਜਿਹੜੇ ਨਛੱਤਰ ਸਿੰਘ ਸੀਗੇ, ਜਿਨ੍ਹਾਂ ਦਾ ਮੈਂ ਹੁਣੇ ਜ਼ਿਕਰ ਕੀਤਾ ਹੈ, ਉਹ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਬਹੁਤ ਸਾਰੀਆਂ ਕਿਤਾਬਾਂ ਲੈ ਕੇ ਆਏ ਜਦੋਂ ਮੈਂ 6ਵੀਂ ਜਮਾਤ ਵਿੱਚ ਸੀ। ਸੀਤਲ ਹੰਝੂ, ਸੀਤਲ ਰਿਸ਼ਮਾ, ਸੀਤਲ ਕਿਰਨਾਂ, ਸੀਤਲ ਤਰਾਨੇ, ਸੀਤਲ ਨਗਮੇ, ਇਸ ਤਰ੍ਹਾਂ ਦੇ ਬਹੁਤ ਸਾਰੇ ਜਾਣੀ ਉਹਨਾਂ ਦੀਆਂ ਕਿਤਾਬਾਂ ਸੀਗੀਆਂ। ਦੁਖੀਏ ਮਾਂ ਪੁੱਤ, ਇੱਕ ਸਰਕਾਰ ਬਾਝੋਂ, ਰਾਣੀ ਜਿੰਦਾਂ, ਉਹ ਸਾਰੀਆਂ ਪੁਸਤਕਾਂ ਜਿਹੜੀਆਂ ਸੀ ਮੈਂ 6ਵੀਂ ਜਮਾਤ ਵਿੱਚ ਨਿਆਈ ਸੀਗੀ। ਉੱਥੇ ਟਾਹਲੀ ਥੱਲੇ ਜਾ ਕੇ ਮੰਜਾ ਡਾਹ ਲੈਣਾ, ਮੈਂ ਪੜ੍ਹੀ ਜਾਣਾ। ਉਹ ਪੜ੍ਹਦਿਆਂ ਮੇਰੇ ਮਨ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਕਿ 8ਵੀਂ ਜਮਾਤ ਤੱਕ ਆਉਂਦਿਆਂ ਮੈਂ ਧਾਰਮਿਕ ਗੀਤ ਲਿਖਣ ਲੱਗ ਪਿਆ।
ਕਿਉਂਕਿ ਸਾਡੇ ਗੁਰਪੁਰਬ ਮਨਾਏ ਜਾਂਦੇ ਸੀ, ਬੜੇ ਵੱਡੇ ਵੱਡੇ ਦੀਵਾਨ ਸਜਦੇ ਸੀ, ਵੱਡੇ ਵੱਡੇ ਕਮੰਤਰੀ, ਢਾਡੀ, ਕਵੀਸ਼ਰੀ ਜਥੇ ਆਉਂਦੇ ਸੀ। ਅਤੇ ਮੈਂ ਵੀ ਸਟੇਜਾਂ ਦੇ ਉੱਤੇ ਜਾਣੀ 8ਵੀਂ ਜਮਾਤ ਤੋਂ ਸ਼ੁਰੂ ਕਰ ਦਿੱਤਾ ਬੋਲਣਾ। 10ਵੀਂ ਜਮਾਤ ਤੱਕ ਮੈਂ ਕਾਫੀ ਹੱਦ ਤੱਕ ਜਾਣੀ ਚੰਗਾ ਲਿਖਣ ਲੱਗ ਗਿਆ ਸੀਗਾ। ਅਤੇ 10ਵੀਂ ਕਰਨ ਵੇਲੇ ਤੱਕ ਅਸੀਂ ਕਰਨੈਲ ਸਿੰਘ ਪਾਰਸ ਦੇ ਜਥੇ ਵਿੱਚ ਵੀ ਜਾਣੀ ਅਸੀਂ ਸ਼ਾਮਲ ਹੋਏ, ਉਹਨਾਂ ਦੇ ਸ਼ਾਗਿਰਦ ਵੀ ਬਣੇ, ਕਵੀਸ਼ਰੀ ਕੀਤੀ ਉਹਨਾਂ ਦੇ ਨਾਲ ਰਲ ਕੇ। ਫਿਰ ਮੈਂ ਗਿਆਨੀ ਕਰਨ ਤੋਂ ਬਾਅਦ OT ਕਰਨ ਚਲਿਆ ਗਿਆ, ਮੇਰੀ ਲਾਈਨ ਬਦਲ ਗਈ। OT ਕਰਨ ਵੇਲੇ ਤੱਕ ਜਾਣੀ ਕਹਿ ਲਈਏ ਜਾਂ ਅਧਿਆਪਕ ਮੈਂ 1961 ਵਿੱਚ ਅਧਿਆਪਨ ਦੇ ਖੇਤਰ ਵਿੱਚ ਆਇਆ। ਉਦੋਂ ਤੱਕ ਮੈਂ ਕਾਫੀ ਸਾਰੇ ਗੀਤ, ਕਵਿਤਾਵਾਂ ਬੜੇ ਜਾਣੀ ਲਿਖ ਚੁੱਕਿਆ ਸੀਗਾ। ਲੇਕਿਨ 61 ਵਿੱਚ ਆ ਕੇ ਮੈਂ ਜਾਣੀ ਕਹਾਣੀ ਵਾਲੇ ਖੇਤਰ ਵੱਲ ਉਲਾਰ ਹੋ ਗਿਆ। ਮੈਂ ਕਹਾਣੀਆਂ ਲਿਖਣੀਆਂ 1961 ਵਿੱਚ ਸ਼ੁਰੂ ਕੀਤੀਆਂ, ਜਦੋਂ ਮੈਨੂੰ ਪੱਕੀ ਨੌਕਰੀ ਧਮੋਟ ਸਕੂਲ ਦੇ ਵਿੱਚ ਮਿਲੀ, ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਉਦੋਂ ਪਟਿਆਲੇ ਜ਼ਿਲ੍ਹੇ ਵਿੱਚ ਸੀਗਾ, ਅੱਜ ਕੱਲ੍ਹ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ। ਉੱਥੇ ਮੈਂ ਕਹਾਣੀ ਦਾ ਮੁੱਢ ਬੰਨਿਆ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਅਤਰਜੀਤ ਸਰ ਦਾ ਨਾਮ ਜਿਹੜਾ ਹੈ ਉਹ ਕਹਾਣੀਕਾਰ ਅਤਰਜੀਤ ਦੇ ਨਾਮ ਦੇ ਨਾਲ ਵੀ ਮਸ਼ਹੂਰ ਹੈ। ਸੋ ਸਰ ਨੇ ਆਪ ਹੀ ਜਿਹੜੀ ਗੱਲ ਛੇੜ ਲਈ ਹੈ ਕਿ ਇਹਨਾਂ ਨੂੰ ਕਹਾਣੀਆਂ ਲਿਖਣ ਦਾ ਜਿਹੜਾ ਸ਼ੌਂਕ ਹੈ ਉਹ ਨੌਕਰੀ ਕਰਦਿਆਂ ਜਾਂ ਜਦੋਂ ਪੱਕੀ ਨੌਕਰੀ ਮਿਲੀ ਉਦੋਂ ਇਹਨਾਂ ਨੂੰ ਉਸ ਚੀਜ਼ ਵੱਲ ਇਹਨਾਂ ਦਾ ਰੁਝਾਨ ਹੋਇਆ। ਤਾਂ ਸਰ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਵੀ ਖਾਸ ਤੌਰ 'ਤੇ ਤੁਸੀਂ ਕਿਹੜੇ ਵਿਸ਼ੇ ਚੁਣੇ, ਯਾਨੀ ਕਿਹੜੇ ਉਹ ਵਿਸ਼ੇ ਸੀ ਜਿਹੜੇ ਤੁਹਾਨੂੰ ਟੁੰਬਦੇ ਸੀਗੇ ਜਾਂ ਜਿਨ੍ਹਾਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਜ਼ਿਆਦਾ ਰੁਝਾਨ ਸੀਗਾ ਕਿਤਾਬਾਂ ਦੇ ਵਿੱਚ ਜੋ ਦੇਖਣ ਨੂੰ ਮਿਲਦਾ ਸਾਨੂੰ? ਜਿਵੇਂ ਮੇਰਾ ਸਾਹਿਤ ਪੜ੍ਹਨ ਦਾ ਰੁਝਾਨ ਸੀ ਨਾ, ਉਸ ਦਾ ਮੈਂ ਜ਼ਿਆਦਾਤਰ ਇਹ ਕਹਿ ਸਕਦਾ ਵੀ ਨਾਨਕ ਸਿੰਘ ਨੂੰ ਮੈਂ ਬਹੁਤ ਜ਼ਿਆਦਾ ਪੜ੍ਹਿਆ। ਨਾਨਕ ਸਿੰਘ ਦੇ ਕਿੰਨੇ ਹੀ ਨਾਵਲ ਪੜ੍ਹਨ ਤੋਂ ਬਾਅਦ ਇੱਕ ਖਾਸ ਕਿਸਮ ਦਾ ਟਰੈਂਡ ਜਿਹੜਾ ਮੇਰੇ ਮਨ ਦੇ ਵਿੱਚ ਕਿਤੇ ਵਸ ਗਿਆ। ਜਿਹੜੀਆਂ ਮੈਂ ਉਦੋਂ ਕਹਾਣੀਆਂ ਲਿਖਦਾ ਸੀ ਉਹ ਰੋਮਾਂਟਿਕ ਕਿਸਮ ਦੀਆਂ ਕਹਾਣੀਆਂ ਹੁੰਦੀਆਂ ਸੀ। ਫਿਰ ਮੈਂ ਬਾਅਦ ਵਿੱਚ ਜਦੋਂ ਕਹਾਣੀ ਪੜ੍ਹਦਾ ਮੈਨੂੰ ਇਹ ਲੱਗਣ ਲੱਗਦਾ ਵੀ ਇਹ ਤਾਂ ਮੈਂ ਨਾਵਲ ਪੜ੍ਹਿਆ ਹੋਇਆ ਸੀ, ਉਸੇ ਦੀ ਕਹਾਣੀ ਬਣ ਗਈ। ਜਿਹੜੀ ਰੋਮਾਂਸ ਪਿਆਰ ਕਹਾਣੀ ਕੋਈ ਨਾਨਕ ਸਿੰਘ ਨੇ ਵੱਲੋਂ ਲਿਖੀ ਹੁੰਦੀ ਸੀ, ਉਸੇ ਦਾ ਰੂਪਾਂਤਰਨ ਮੇਰੇ ਕੋਲ ਹੋ ਜਾਂਦਾ ਰਿਹਾ, ਉਹ ਮੈਂ ਪੜ੍ਹ ਦਿੰਦਾ ਸੀ। ਫਿਰ ਮੈਂ ਜਦੋਂ ਇਹ ਕਹਿ ਸਕਦਾ ਕਿ ਰੋਮਾਂਟਿਕ ਦੌਰ ਮੇਰਾ ਰਿਹਾ ਕੁਛ ਸਮਾਂ, 2-3 ਸਾਲ। ਉਹ ਕਹਾਣੀਆਂ ਮੇਰੀਆਂ ਅਖਬਾਰਾਂ ਵਿੱਚ ਛਪਦੀਆਂ ਸੀ। ਜਦੋਂ ਮੈਂ ਕਿਸੇ ਮੈਗਜ਼ੀਨ ਨੂੰ ਭੇਜਦਾ ਸੀ, ਮੈਗਜ਼ੀਨ ਵੱਲੋਂ ਮੇਰੀ ਕਹਾਣੀ ਵਾਪਸ ਆ ਜਾਂਦੀ ਸੀ, ਨਾਲ ਪਰਚੀ ਲੱਗ ਕੇ ਕਿ ਅਸੀਂ ਛਾਪਣ ਦੀ ਖੁਸ਼ੀ ਨਹੀਂ ਲੈ ਸਕਦੇ, ਇਹ ਵਾਪਸ ਭੇਜੀ ਜਾਂਦੀ ਹੈ ਤਾਂ ਕਿ ਕਿਤੇ ਹੋਰ ਕੰਮ ਆ ਜਾਏ। ਉਹ ਹੋਰ ਕਿਤੇ ਕੰਮ ਨਹੀਂ ਸੀ ਆਉਂਦੀ, ਕਿਸੇ ਅਖਬਾਰਾਂ ਦੇ ਵਿੱਚ ਜ਼ਰੂਰ ਉਹ ਛਪ ਜਾਂਦੀ ਸੀ। ਫਿਰ ਇੱਕ ਇਹੋ ਜਿਹਾ ਸਮਾਂ ਆਇਆ ਜਦੋਂ 1964 ਵਿੱਚ ਮੈਂ ਧਾਰਮਿਕ ਰੰਗਣ ਦੇ ਵਿੱਚੋਂ ਨਿਕਲ ਕੇ ਇੱਕ ਖਾਸ ਦਿਸ਼ਾ ਵੱਲ ਮੇਰੇ ਕਦਮ ਪਟੇ ਗਏ। ਉਹਨਾਂ ਦਿਨਾਂ 'ਚ ਕੀ ਹੋਇਆ ਸੀ, ਚਾਈਨਾ ਦੀ ਲੜਾਈ ਲੱਗੀ 1962 ਵਿੱਚ। ਪਾਰਟੀਆਂ ਉਸ ਵੇਲੇ CPI ਵੱਜਦੀ ਸੀ, ਕੋਈ ਪਾਰਟੀ ਸੀ ਕਮਿਊਨਿਸਟ ਪਾਰਟੀ, ਇਹ 2 ਧੜਿਆਂ 'ਚ ਵੰਡੀ ਗਈ। 1964 ਵਿੱਚ ਜਦੋਂ ਮੈਂ ਚੱਕ ਰਾਮ ਸਿੰਘ ਵਾਲੇ ਆਇਆ, ਉਸ ਵੇਲੇ ਮੈਨੂੰ ਕੁਝ ਇਹੋ ਜਿਹੇ ਸੱਜਣ ਮਿਲੇ, ਖਾਸ ਕਰਕੇ ਇੱਕ ਅਧਿਆਪਕ ਸੀਗੇ ਹਰਬੰਸ ਸਿੰਘ ਸੋਹੀ, ਇਹਨਾਂ ਦਾ ਪਿੰਡ ਸੇਖਾ ਪਿੰਡ ਹੈ ਮੋਗੇ ਜ਼ਿਲ੍ਹੇ ਦੇ ਵਿੱਚ, ਸੇਖਾ ਕਲਾਂ। ਉਹਨਾਂ ਨੇ ਮੇਰੀ ਕਿਤੇ ਨਬਜ਼ ਫੜੀ, ਮੇਰੇ ਕਿਰਪਾਨ ਪਾਈ ਹੁੰਦੀ, ਇੱਕ ਹੱਥ ਵਿੱਚ ਸ੍ਰੀ ਸਾਹਿਬ ਫੜੀ ਹੁੰਦੀ। ਉਹਨਾਂ ਨੇ ਕਿਤੇ ਮੇਰੇ ਅੰਦਰਲੇ ਸੰਸਾਰ ਨੂੰ ਵੇਖਿਆ, ਪਤਾ ਨਹੀਂ ਕਿਵੇਂ ਉਸ ਦੀ ਜਿਹੜਾ ਦ੍ਰਿਸ਼ਟੀਕੋਣ ਸੀ ਉਸਨੇ ਮੈਨੂੰ ਕਿਵੇਂ ਬੁੱਝਿਆ। ਇੱਕ ਦਿਨ ਉਹਨਾਂ ਨੇ ਮੈਨੂੰ ਇਹ ਵਚਨ ਕੀਤੇ ਕਿ ਅਤਰਜੀਤ, ਜੋ ਤੂੰ ਬਾਹਰੋਂ ਦਿਖਾਈ ਦਿੰਦਾ ਉਹ ਤੂੰ ਅੰਦਰੋਂ ਨਹੀਂ, ਅੰਦਰੋਂ ਤੂੰ ਬਹੁਤ ਹੋਰ ਚੀਜ਼ ਹੈ। ਉਸ ਨੇ ਉਸ ਵੇਲੇ ਮੈਨੂੰ ਪ੍ਰੀਤ ਲੜੀ ਪੜ੍ਹਨ ਲਾਇਆ, ਨਾਨਕ ਸਿੰਘ ਤੋਂ ਮੈਨੂੰ ਬਾਹਰ ਕੱਢ ਕੇ ਜਸਵੰਤ ਕਮਲ ਵੱਲ ਲਿਆਂਦਾ। ਇਦੋਂ ਅੱਗੇ ਚੱਲ ਕੇ ਰਸ਼ੀਅਨ ਸਾਹਿਤ ਮੈਨੂੰ ਬਹੁਤ ਪੜ੍ਹਾਇਆ ਗਿਆ ਉਸ ਸ਼ਖਸ ਵੱਲੋਂ। ਇਹ ਪੜ੍ਹਦੇ ਪੜ੍ਹਦਿਆਂ ਮੇਰੇ ਅੰਦਰ ਇੱਕ ਪ੍ਰਗਤੀਵਾਦੀ ਲਹਿਰ ਦਾ ਜਿਹੜੀ ਰੁਝਾਨ ਪੈਦਾ ਹੋਇਆ। ਉਹ ਵਿਚਾਰਧਾਰਾ ਮੇਰੀ ਜਿਹੜੀ ਸੀ, ਪਹਿਲਾਂ ਧਾਰਮਿਕ ਵਿਚਾਰਧਾਰਾ ਨੂੰ ਆਪਾਂ ਕਹਿ ਸਕਦੇ ਹਾਂ, ਮੈਂ ਵਿਗਿਆਨਕ ਦ੍ਰਿਸ਼ਟੀਕੋਣ ਵਾਲੇ ਪਾਸੇ ਤੁਰਿਆ, ਜਿਹਦੇ ਨਾਲ ਮੈਨੂੰ ਇਹ ਲੱਗੀ ਗੱਲ ਕਿ ਲੋਕ ਮਸਲਿਆਂ ਨੂੰ ਲੈ ਕੇ ਲਿਖਿਆ ਜਾਣਾ ਚਾਹੀਦਾ ਹੈ। ਲੋਕਾਂ ਦੀਆਂ ਕੀ ਸਮੱਸਿਆਵਾਂ ਨੇ, ਮਜ਼ਦੂਰਾਂ ਦੀਆਂ ਕੀ ਸਮੱਸਿਆਵਾਂ ਨੇ, ਕਿਸਾਨਾਂ ਦੀਆਂ ਕੀ ਸਮੱਸਿਆਵਾਂ ਨੇ, ਸਮਾਜ ਦੀ ਕੀ ਸਮੱਸਿਆ ਹੈ, ਬੱਚਿਆਂ ਦੀ ਕੀ ਸਮੱਸਿਆ ਹੈ। ਯਾਨੀ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਰੁਝਾਨ ਜਿਹੜਾ ਮੇਰੇ ਦਿਮਾਗ ਦੇ ਵਿੱਚ ਜੋ ਆਇਆ, ਇਹ 1965 ਤੋਂ ਸ਼ੁਰੂ ਹੋਇਆ। 1965 ਤੋਂ ਕੁਛ ਇਹੋ ਜਿਹੇ ਹਾਲਾਤ ਵਿੱਚੋਂ ਮੈਨੂੰ ਗੁਜ਼ਰਨਾ ਪਿਆ, ਮੇਰੀ ਲੇਖਣੀ ਵੀ ਤਕਰੀਬਨ ਬੰਦ ਹੋ ਗਈ। ਫਿਰ 67 ਵਿੱਚ ਕੁਛ ਇਸ ਤਰ੍ਹਾਂ ਦਾ ਜਾਣੀ ਹਿੰਦੁਸਤਾਨ ਪੱਧਰ ਦੇ ਉੱਤੇ ਇੱਕ ਨਵੀਂ ਕਿਸਮ ਦੀ ਲਹਿਰ ਆਈ। ਉਦੋਂ ਵੀ ਮੈਂ ਲਿਖਣ ਪੜ੍ਹਨ ਵਾਲੇ ਪਾਸੇ, ਪੜ੍ਹਨ ਦਾ ਤਾਂ ਮੇਰਾ ਰਿਹਾ, ਲਿਖਣ ਦਾ ਤਕਰੀਬਨ ਖਤਮ ਹੋ ਗਿਆ। 70ਵਿਆਂ ਦੇ ਵਿੱਚ ਆ ਕੇ ਫਿਰ ਉਸ ਲਹਿਰ ਦੇ ਉਤਰਾਅ ਨਾਲ ਮੈਂ ਲਿਖਣ ਵਾਲੇ ਪਾਸੇ ਜਦੋਂ ਵਧਿਆ ਤਾਂ ਫਿਰ ਮੇਰੀ ਜਿਹੜੀ ਪਛਾਣ ਹੋਣੀ ਸ਼ੁਰੂ ਹੋਈ। ਉਸ ਵੇਲੇ ਤੱਕ ਮੈਂ
ਲੋਕ ਪੱਖੀ ਲੋਕ ਧਾਰਾ ਨਾਲ ਜੁੜ ਕੇ ਜਾਣੀ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਜਿਹਦੇ ਨਾਲ ਮੇਰੀ ਜਾਣੀ ਇੱਕ ਲੋਕ ਪੱਖੀ ਅਤੇ ਖਾਸ ਕਰਕੇ ਜੇ ਆਪਾਂ ਕਹਿ ਦਈਏ ਜਿਹੜੇ ਲੋਕ ਦਲਿਤ ਸ਼੍ਰੇਣੀ ਦੇ ਗਿਣੇ ਜਾਂਦੇ ਨੇ, ਜਿਹੜੇ ਡਾਊਨ ਟਰੋਡਨ ਵਰਗ ਅੰਗਰੇਜ਼ੀ ਵਿੱਚ ਕਹਿ ਦਿੱਤਾ ਜਾਂਦਾ ਹੈ, ਜਿਹੜੇ ਸਾਧਨ ਸੰਪੰਨ ਨਹੀਂ ਹਨ, ਸਾਧਨ ਵਿਹੂਣੇ ਹਨ, ਊਣੇ ਅਤੇ ਵਿਹੂਣੇ, ਊਣੇ ਜਿਨ੍ਹਾਂ ਕੋਲ ਕੱਖ ਵੀ ਨਹੀਂ ਹੈ, ਵਿਹੂਣੇ ਜਿਨ੍ਹਾਂ ਕੋਲ ਥੋੜ੍ਹਾ ਬਹੁਤਾ ਹੈ, ਕਿਰਤ ਕਮਾਈ ਕਰਕੇ ਗੁਜ਼ਾਰਾ ਕਰਦੇ ਨੇ, ਗੁਜ਼ਾਰਾ ਜਾਂ ਚੱਲਦਾ, ਉਹਨਾਂ ਦਾ ਚੁੱਲ੍ਹਾ ਤਪਦਾ ਰਹਿੰਦਾ ਹੈ। ਮੈਂ ਉਹੋ ਜਿਹੀਆਂ ਸਮੱਸਿਆਵਾਂ ਨੂੰ ਲੈ ਕੇ ਫਿਰ ਲਿਖਣਾ ਸ਼ੁਰੂ ਕੀਤਾ, ਜਿਹਦੇ ਨਾਲ ਮੈਂ ਇਹ ਕਹਿ ਸਕਦਾ ਕਿ ਮੇਰੀ ਪ੍ਰਵਾਨਗੀ ਮੈਨੂੰ ਮਿਲੀ ਸਾਹਿਤ ਦੇ ਖੇਤਰ ਵਿੱਚ, ਵੱਡੀ ਪੱਧਰ 'ਤੇ ਪ੍ਰਵਾਨਗੀ ਮਿਲੀ ਮੈਨੂੰ ਇਸ ਰੁਝਾਨ ਦੇ ਉੱਤੇ ਆ ਕੇ। ਸੁਪਨ ਉਡਾਰੀ ਚੈਨਲ ਤੇ ਆਪਣੀ ਕਲਾ ਨੂੰ ਜਗ ਜ਼ਾਹਿਰ ਕਰਨ ਲਈ ਸੰਪਰਕ ਕਰੋ ਸਤਪਾਲ ਮਾਨ 75088 72726 75088 72726। ਸਰ ਇੱਥੇ ਇਹ ਵੀ ਮਤਲਬ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਆਪਣੇ ਜੋ ਅਸੀਂ ਕਹਿ ਲਈਏ ਵੀ ਪੜ੍ਹਨ ਵਾਲਿਆਂ ਦੇ ਝੋਲੀ 'ਚ ਪਾ ਚੁੱਕੇ ਹੋ, ਜਾਂ ਫਿਰ ਕਿਤਾਬਾਂ ਲਿਖਣ ਤੋਂ ਇਲਾਵਾ ਤੁਸੀਂ ਹੋਰ ਸਾਹਿਤਕ ਖੇਤਰ ਦੇ ਵਿੱਚ ਕੀ ਜਿਹੜੀਆਂ ਹੈਗਾ ਆਪਣੇ ਵੱਲੋਂ ਯੋਗਦਾਨ ਪਾਇਆ ਜੀ? ਮੇਰੀਆਂ ਪਹਿਲੀਆਂ 3 ਕਿਤਾਬਾਂ ਗੁਰਸ਼ਰਨ ਸਿੰਘ ਭਾਜੀ ਨੇ ਛਾਪੀਆਂ। ਮਾਸਖੋਰੇ ਕਹਾਣੀ ਸੰਗ੍ਰਹਿ ਸੀ, ਜਿਹੜਾ 67 ਵੇਲੇ ਦੀ ਲਹਿਰ ਨਕਸਲਾਈਟ ਮੂਵਮੈਂਟ ਸੀ ਉਹਦੇ ਨਾਲ ਸੰਬੰਧਿਤ ਸੀਗੀਆਂ ਕਹਾਣੀਆਂ। ਫਿਰ ਇਹਦੇ ਉਤਰਾਅ ਤੋਂ ਬਾਅਦ ਮੇਰੀ ਦੂਜੀ ਕਿਤਾਬ ਜਿਹੜੀ ਆਈ ਸੀ ਟੁੱਟਦੇ ਬਣਦੇ ਰਿਸ਼ਤੇ, ਵੀ ਗੁਰਸ਼ਰਨ ਸਿੰਘ ਭਾਜੀ ਨੇ ਛਾਪੀ। ਤੀਜਾ ਮੇਰਾ ਇੱਕ ਨਾਵਲ ਸੀਗਾ ਜਿਹੜਾ ਕੁੜੀਆਂ ਦੇ ਮਸਲੇ ਤੇ ਉਹਨਾਂ ਦੇ ਰਿਸ਼ਤਿਆਂ ਦੇ ਸੰਬੰਧ ਵਿੱਚ ਮੈਂ ਨਾਵਲ ਲਿਖਿਆ, ਨਵੀਆਂ ਸੋਚਾਂ ਨਵੀਆਂ ਲੀਹਾਂ। ਇਸ ਤਰ੍ਹਾਂ ਮੇਰੀਆਂ ਕਹਾਣੀਆਂ ਦੇ ਤਕਰੀਬਨ 10 ਸੰਗ੍ਰਹਿ ਹੁਣ ਤੱਕ ਛਪ ਚੁੱਕੇ ਨੇ। ਇਹ 10 ਦੇ 10 ਕਹਾਣੀ ਸੰਗ੍ਰਹਿ, ਜਿਨ੍ਹਾਂ ਵਿੱਚ ਬਹੁਤੀਆਂ ਕਹਾਣੀਆਂ ਲੋਕ ਪੱਖੀ ਨੇ, ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲਿਖੀਆਂ ਗਈਆਂ ਨੇ। ਖਾਸ ਕਰਕੇ ਇਹਨਾਂ ਦੇ ਵਿੱਚੋਂ ਦਲਿਤ ਸ਼੍ਰੇਣੀ ਨਾਲ ਸੰਬੰਧਿਤ ਕਹਾਣੀ ਹੋਣ ਕਰਕੇ ਮੇਰਾ ਨਾਮ ਵੀ ਇੱਕ ਦਲਿਤ ਕਹਾਣੀਕਾਰ ਦੇ ਤੌਰ 'ਤੇ ਪ੍ਰਸਿੱਧ ਹੋਇਆ। ਅਗਲੀ ਗੱਲ, ਮੈਂ ਬਾਲ ਸਾਹਿਤ ਵੀ ਲਿਖਿਆ ਬੱਚਿਆਂ ਵਾਸਤੇ। 7-8 ਕਿਤਾਬਾਂ ਮੇਰੀਆਂ ਬਾਲ ਕਹਾਣੀਆਂ ਨੇ। ਉਹਨਾਂ ਤੋਂ ਇਲਾਵਾ ਮੈਂ 6-7 ਕਿਤਾਬਾਂ ਉਹ ਨੇ ਜਿਹੜੀਆਂ ਮੈਂ ਸੰਪਾਦਨਾ ਕੀਤੀ ਹੈ, ਜਿਨ੍ਹਾਂ ਵਿੱਚੋਂ 4 ਭਾਗਾਂ ਵਿੱਚ ਹੇਮ ਜੋਤੀ, ਜਿਹੜਾ 1972-73 ਦੇ ਵਿੱਚ ਅਸੀਂ ਮੈਗਜ਼ੀਨ ਕੱਢਦੇ ਹੁੰਦੇ ਸੀ ਲੁਧਿਆਣੇ ਤੋਂ, ਹੇਮ ਜੋਤੀ ਜਿਹੜਾ ਲੋਕ ਮਸਲਿਆਂ ਨੂੰ ਲੈ ਕੇ ਚੱਲਣ ਵਾਲਾ ਸੀ, ਉਹਨਾਂ ਨੂੰ ਸਾਰੀਆਂ ਰਚਨਾਵਾਂ ਨੂੰ ਮੈਂ ਜਿਹੜੇ ਵਾਰਤਾ ਦੇ ਲੇਖ ਨੇ ਉਹ ਅੱਡ, ਅਤੇ ਕਹਾਣੀਆਂ ਦਾ ਇੱਕ ਕਹਾਣੀ ਸੰਗ੍ਰਹਿ ਪੂਰੇ ਦਾ ਪੂਰਾ 200 ਪੰਨੇ ਦਾ, ਉਹ ਸੰਪਾਦਨਾ ਕੀਤੀ ਹੈ। ਇਸ ਤੋਂ ਇਲਾਵਾ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ, ਉਹ ਦਿੱਲੀ ਵਾਲਿਆਂ ਨੇ ਮੇਰੇ ਕੋਲੋਂ ਸੰਪਾਦਨਾ ਕਰਵਾਈ ਸੀ, ਉਹ ਮੈਂ ਆਪਣੇ ਮੁੱਖਬੰਦ ਲਿਖ ਕੇ ਆਪਣੇ ਵੱਲੋਂ ਉਹ ਕਿਤਾਬ ਵੀ ਜਾਣੀ ਕਹਿ ਸਕਦਾ ਵੀ ਮੇਰੀ ਸੰਪਾਦਨਾ ਦੇ ਵਿੱਚ ਆ ਜਾਂਦੀ ਹੈ। ਦੁਰਗਾ ਭਾਬੀ ਅਤੇ ਕਿਹੋ ਜਿਹਾ ਸੀ ਸਾਡਾ ਭਗਤ ਸਿੰਘ, ਇਹ ਕਿਤਾਬਾਂ ਵੀ ਮੈਂ ਬਾਲ ਸਾਹਿਤ ਦੇ ਤੌਰ 'ਤੇ ਸੰਪਾਦਨਾ ਕੀਤੀ ਹੈ। ਇਹ ਤੋਂ ਇਲਾਵਾ ਜਿਹੜੀ ਮੇਰੀ ਸਾਹਿਤਕ ਜੇ ਮੈਂ ਕੁੱਲ ਗਿਣਾ ਤਾਂ ਮੇਰਾ ਤਕਰੀਬਨ 25-26 ਕਿਤਾਬਾਂ ਦੇ ਉੱਤੇ ਕਲਮ ਚੱਲ ਚੁੱਕੀ ਹੈ ਹੁਣ ਤੱਕ, ਸਾਰੀਆਂ ਰਲਾ ਕੇ। ਮੇਰੀ ਸਵੈ ਜੀਵਨੀ ਆ ਚੁੱਕੀ ਹੈ। ਇੱਕ ਮੈਂ ਖੋਜ ਪੁਸਤਕ ਲਿਖੀ ਹੈ ਕਿ ਸਾਡੇ ਮਨੁੱਖ ਦੇ ਜਨਮ ਤੋਂ ਲੈ ਕੇ ਜਦੋਂ ਉਸਨੇ ਕਿਰਤ ਕਮਾਈ ਕਰਨੀ ਸ਼ੁਰੂ ਕੀਤੀ ਅੱਜ ਤੱਕ ਕਿਸ ਤਰ੍ਹਾਂ ਦਾ ਸੱਭਿਆਚਾਰ ਉਹਨੇ ਵਿਕਸਿਤ ਕੀਤਾ ਹੈ, ਸਾਡਾ ਸੱਭਿਆਚਾਰ ਹੈ ਕੀ, ਇਹਦੇ ਕਿਹੜੇ ਪੜਾਵਾਂ ਵਿੱਚੋਂ ਲੰਘ ਕੇ ਅੱਜ ਤੱਕ ਅਸੀਂ ਆਪਣੇ ਹਾਂ, ਉਹ ਵੀ ਸੱਭਿਆਚਾਰ ਉਤਪਤੀ ਅਤੇ ਵਿਕਾਸ ਮੇਰੀ ਕਿਤਾਬ ਹੈ। ਯਾਨੀ ਇਸ ਤਰ੍ਹਾਂ ਸਾਰੀਆਂ ਰਲਾ ਕੇ 25-26 ਕਿਤਾਬਾਂ ਮੈਂ ਸਾਹਿਤ ਦੀ ਝੋਲੀ ਪਾ ਚੁੱਕਿਆ। ਅਤੇ ਦੂਜੀ ਗੱਲ ਜਿਹੜੀ ਹੈ, ਮੈਂ ਜਦੋਂ ਤੋਂ ਜ਼ਿੰਦਗੀ ਵਿੱਚ ਇਹ ਕਹਿ ਲਈਏ ਸੰਘਰਸ਼ ਵਾਲੀ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਗੌਰਮੈਂਟ ਟੀਚਰ ਯੂਨੀਅਨ ਦੇ ਵਿੱਚ ਮੇਰਾ ਬਹੁਤ ਵੱਡਾ ਯੋਗਦਾਨ ਰਿਹਾ। ਮੈਂ ਸਾਰੀ ਜ਼ਿੰਦਗੀ ਇਹ ਕਹਿ ਸਕਦਾ ਕਿ ਇੱਕ ਪ੍ਰਤੀਬੱਧ ਹੋ ਕੇ ਮੈਂ ਟੀਚਰ ਯੂਨੀਅਨ ਦੇ ਵਿੱਚ, ਅਧਿਆਪਕ ਯੂਨੀਅਨ ਦੇ ਵਿੱਚ ਕੰਮ ਕਰਦਾ ਰਿਹਾ। ਇਹਦੇ ਨਾਲ ਜਿਹੜੇ ਨਵੇਂ ਲੇਖਕ ਨੇ, ਹੋਰ ਨੇ, ਇਸ ਤਰ੍ਹਾਂ ਜਿੰਨੀਆਂ ਸਾਹਿਤ ਸਭਾਵਾਂ ਨੇ, ਚਾਹੇ ਬਠਿੰਡੇ ਸਾਹਿਤ ਸਭਾ ਉਸਾਰੀ ਗਈ ਜਾਂ ਹੋਰ ਸਾਹਿਤਕ ਅਦਾਰੇ ਨੇ, ਉਹਨਾਂ ਵਿੱਚ ਵੀ ਮੈਂ ਪੂਰਾ ਗਤੀਸ਼ੀਲ ਰਹਿੰਦਾ ਰਿਹਾ। ਅਤੇ ਇਸ ਤਰ੍ਹਾਂ ਕਰਕੇ ਮੈਂ ਸਾਹਿਤ ਦੇ ਖੇਤਰ ਵਿੱਚ ਕਾਫੀ ਜਿੰਨਾ ਕਰ ਸਕਦਾ ਸੀ ਆਪਦੀ ਸਮਰੱਥਾ ਮੁਤਾਬਕ ਉਹ ਕੀਤਾ। ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਹੁਣ ਤੱਕ ਅਜੇ ਵੀ ਇਹ ਕੁਛ ਕਰਦਾ ਆ ਰਿਹਾ। ਜਦੋਂ ਪਿਛਲੇ ਦੌਰ 'ਚ ਫੇਸਬੁੱਕ ਦੇ ਉੱਤੇ ਮੈਂ ਕੁਛ ਉਂਗਲਾਂ ਜਿਹੀਆਂ ਮਾਰਨੀਆਂ ਸਿੱਖੀਆਂ ਤਾਂ ਬੜੀ ਭੈੜੀ ਪੋਸਟ ਆਈ ਇੱਕ ਵਾਰੀ, ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਬੱਚਿਆਂ ਨਾਲ ਗੱਲ ਕੀਤੀ, ਅਰਸ਼ ਵੱਡੀ ਬੇਟੀ ਨਾਲ ਗੱਲ ਕੀਤੀ ਵੀ ਇਹ ਕੀ ਬਕਵਾਸ ਹੈ, ਕਿਉਂ ਹੈ। ਫਿਰ ਉਹਨਾਂ ਨੇ ਮੈਨੂੰ ਸਮਝਾਈ ਗੱਲ, ਅਤੇ ਮੈਂ ਉਸ ਦੇ ਬਦਲ ਵਿੱਚ ਇੱਕ ਪੋਸਟ ਪਾਈ ਵੀ ਕੀ ਦੋਸਤੋ ਫੇਸਬੁੱਕ ਦੇ ਉੱਤੇ ਆ ਕੇ ਹਾ 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 ਹੀ
ਲੋਲ ਜਾਂ ਊਟ ਪਟਾਂਗ ਜਾਂ ਬਕਵਾਸ ਜਾਂ ਔਰਤਾਂ ਦੀਆਂ ਫੋਟੋਆਂ ਪਾ ਪਾ ਕੇ ਗੰਦੇ ਕਮੈਂਟ ਦੇਣੇ ਹੀ ਫੇਸਬੁੱਕ ਦਾ ਕੰਮ ਹੈ ਜਾਂ ਇਸ ਤੋਂ ਕੋਈ ਚੰਗਾ ਕੰਮ ਵੀ ਕੀਤਾ ਜਾ ਸਕਦਾ ਹੈ। ਮੈਨੂੰ ਮਾਣ ਹੈ, ਇਹ ਗੱਲ ਮੈਂ ਜ਼ਿਕਰ ਕਰਨਾ ਚਾਹੂੰਗਾ। ਦਰਸ਼ਨ ਮਾਨਸਾ ਵੱਲੋਂ ਜਿਹੜਾ ਨੰਗਲ ਪਿੰਡ ਹੈ, ਉੱਥੋਂ ਦੇ ਦਰਸ਼ਨ ਨੰਗਲ ਉਹ ਪਟਵਾਰੀ ਰਿਟਾਇਰ ਹੋਏ ਨੇ, ਲੇਕਿਨ ਸਾਹਿਤ ਦੀ ਪਕੜ, ਬੋਲਣ ਦੀ, ਲਿਖਣ ਦੀ ਪਕੜ, ਉਹਨਾਂ ਨੇ ਮੈਨੂੰ ਵੱਡਾ ਕਮੈਂਟ ਪਾ ਕੇ ਭੇਜਿਆ ਫੇਸਬੁੱਕ ਦੇ ਉੱਤੇ ਕਿ ਤੁਸੀਂ ਬਹੁਤ ਵੱਡੀ ਇਹ ਸੋਚ ਲੈਂਦੀ ਹੈ ਸਾਡੇ ਸਾਹਮਣੇ ਵੀ ਇਸ ਦੇ ਉੱਤੇ ਅਮਲ ਹੋਣਾ ਚਾਹੀਦਾ ਹੈ। ਅਸੀਂ ਬਠਿੰਡੇ ਦੇ ਵਿੱਚ ਮੀਟਿੰਗ ਬੁਲਾਈ, ਜਿਹਦੇ ਵਿੱਚ 18-19 ਜਣੇ, ਜਿਹਦੇ ਵਿੱਚ 2-3 ਬੀਬੀਆਂ ਵੀ ਆਈਆਂ। ਅਸੀਂ ਮੀਟਿੰਗ ਦੇ ਵਿੱਚ ਇਹ ਏਜੰਡਾ ਰੱਖਿਆ ਵੀ ਇਹ ਇਹਦਾ ਬਦਲ ਹੋਣਾ ਚਾਹੀਦਾ, ਅਸੀਂ ਕੋਈ ਇਹਦਾ ਵਿਰੋਧ ਕਰਨ ਲੱਗੀਏ। ਅਖੀਰ ਇੱਕ ਮੀਟਿੰਗ ਹੋਰ ਬੁਲਾ ਕੇ ਅਸੀਂ ਇੱਥੇ ਸਾਹਿਤ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ, ਫੇਸਬੁੱਕ ਬ੍ਰੈਕਟ ਪਾ ਕੇ। ਇਹ ਸਾਨੂੰ ਸੰਸਾਰ ਪੱਧਰ ਦੇ ਉੱਤੋਂ ਹੁੰਗਾਰੇ ਮਿਲੇ ਕਿ ਫੇਸਬੁੱਕ ਉੱਤੇ, ਸੋਸ਼ਲ ਮੀਡੀਆ ਉੱਤੇ, ਸੰਸਾਰ ਪੱਧਰ ਦੇ ਉੱਤੇ ਇੱਕ ਸਾਹਿਤਕ ਸੰਸਥਾ ਖੜੀ ਕੀਤੀ ਗਈ ਹੈ, ਤਾਂ ਇਹ ਪਹਿਲੀ ਬਠਿੰਡੇ ਤੋਂ ਖੜੀ ਹੋਈ ਹੈ। ਜਾਣੀ ਉਹ ਪਹਿਲ ਅਸੀਂ ਕੀਤੀ, ਉਹਦੇ ਬਾਅਦ ਤਾਂ ਫਿਰ ਹੋਰ ਸੁਭਾਵਾਂ ਵੀ ਬਹੁਤ ਬਣ ਗਈਆਂ। ਫਿਰ ਅਸੀਂ ਹੌਲੀ ਹੌਲੀ ਇਹ ਬਣਾਇਆ ਕਿ ਕੋਈ ਮੈਗਜ਼ੀਨ ਕੱਢਿਆ ਜਾਵੇ। ਅਸੀਂ ਪ੍ਰਵਾਜ਼ ਮੈਗਜ਼ੀਨ ਸ਼ੁਰੂ ਕੀਤਾ। ਇਹਦੇ ਨਾਲ ਸਾਨੂੰ ਕਈ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਸਹਿਯੋਗ ਮਿਲਣੇ ਸ਼ੁਰੂ ਹੋਏ। ਕੈਨੇਡਾ ਤੋਂ ਸਹਿਯੋਗ ਮਿਲਿਆ। ਈਵਨ ਗੰਧੜ ਤੋਂ ਲੜਕੀ ਸੀਗੀ ਜਿਹੜੀ ਅੱਜ ਕੱਲ੍ਹ ਬਹੁਤ ਉੱਚ ਕੋਟੀ ਦੀ ਆਗੂ ਹੈ, ਨੌਦੀਪ ਗੰਧੜ, ਉਹਦਾ ਸਾਨੂੰ ਤੇਲੰਗਾਨਾ ਪਰਿਵਾਰ ਰਹਿੰਦਾ ਸੀ, ਉੱਥੋਂ ਸਹਿਯੋਗ ਮਿਲਿਆ। ਇਸ ਤਰ੍ਹਾਂ ਕਰਦੇ ਕਰਦੇ ਸਾਡੇ ਇਸ ਦਾ ਨਾਂ ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਫੇਸਬੁੱਕ ਬਣ ਗਿਆ। ਜਦੋਂ ਰਜਿਸਟਰਡ ਕਰਾਉਣ ਲੱਗੇ ਇਸ ਸੰਸਥਾ ਨੂੰ ਅਸੀਂ, ਉਸ ਵੇਲੇ 2 ਸ਼ਬਦ ਸਾਨੂੰ ਕੱਟਣੇ ਪੈ ਗਏ, ਕੌਮਾਂਤਰੀ ਅਤੇ ਫੇਸਬੁੱਕ। ਹੁਣ ਇਸ ਦਾ ਨਾਂ ਸਾਹਿਤ ਸੱਭਿਆਚਾਰ ਮੰਚ ਹੈ ਅਤੇ ਇਹਦੇ ਵੱਲੋਂ ਜੋ ਪਰਚਾ ਜਾਰੀ ਕੱਢਿਆ ਜਾਂਦਾ ਹੈ, ਇਸ ਵੇਲੇ ਬਹੁਤ ਚੜ੍ਹਾਈ ਹੋਈ ਹੈ ਉਸ ਪਰਚੇ ਦੀ। ਇੱਕ ਕਿਤਾਬ ਦੇ ਰੂਪ ਵਿੱਚ ਇਹ ਪਰਚਾ ਆਉਂਦਾ ਹੈ। 19 ਕਿਸ਼ਤਾਂ ਹੁਣ ਤੱਕ ਉਸ ਦੀਆਂ ਨਿਕਲ ਚੁੱਕੀਆਂ ਨੇ ਅਤੇ 20ਵੀਂ ਕਿਸ਼ਤ ਦੀ ਤਿਆਰੀ ਹੋ ਰਹੀ ਹੈ। ਅਤੇ ਇਹ ਜਿਹੜਾ ਹੁਣ ਤੱਕ ਦਾ ਜਿਹੜਾ ਸਮਾਂ ਹੈ, ਇਹ ਅਸੀਂ ਇਸ ਤਰ੍ਹਾਂ ਦਾ ਸਾਹਿਤਕ ਦੇ ਖੇਤਰ ਵਿੱਚ ਐਂ ਕਹਿ ਲਈਏ ਵੀ ਪੂਰੇ ਜ਼ੋਰ ਸ਼ੋਰ ਨਾਲ ਮੰਚ ਵੱਲੋਂ ਯੋਗਦਾਨ ਪਾ ਰਹੇ। ਮੈਂ ਇੱਕ ਗੱਲ ਨੋਟ ਕਰ ਰਹੀ ਸੀਗੀ ਸਰ, ਵੀ ਤੁਹਾਨੂੰ ਮਤਲਬ ਇਹ ਚੀਜ਼ ਜਿਹੜੀ ਜੋ ਫੇਸਬੁੱਕ 'ਤੇ ਜੋ ਘਟਨਾ ਵਾਪਰੀ, ਉਹਦੇ ਕਰਕੇ ਤੁਹਾਡੇ ਮਨ ਦੇ ਵਿੱਚ ਇੱਕ ਬਹੁਤ ਮੈਂ ਗੁੱਸਾ ਦੇਖਿਆ। ਪਰ ਇੱਥੇ ਕਈ ਵਾਰੀ ਮੈਂ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹਾਂ ਵੀ ਜਿਹੜਾ ਅੱਜ ਦਾ ਨੌਜਵਾਨ ਹੈ, ਉਹ ਆਪਣੇ ਆਸ-ਪਾਸ ਜਿਸ ਤਰ੍ਹਾਂ ਦਾ ਮਾਹੌਲ ਦੇਖਦਾ, ਉਸ ਤਰ੍ਹਾਂ ਦੀ ਭਾਸ਼ਾ ਉਹਦੀ ਹੋ ਗਈ ਹੈ, ਉਹਦੀ ਬੋਲੀ ਵੀ ਬਦਲ ਗਈ ਹੈ, ਉਹਦਾ ਲਿਖਣ ਦਾ, ਬੋਲਣ ਦਾ ਜਿਹੜਾ ਲਹਿਜ਼ਾ ਹੈਗਾ, ਉਹਦੇ ਵਿੱਚ ਵੀ ਬਹੁਤ ਫਰਕ ਆ ਗਿਆ। ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਸਾਹਿਤ ਤੋਂ ਦੂਰ ਜਿਹੜੀ ਇਹ ਪੀੜ੍ਹੀ ਹੈਗੀ ਆ। ਪਰ ਜਦੋਂ ਅਸੀਂ ਨਿਗਾਹ ਮਾਰਦੇ ਹਾਂ, ਜਦੋਂ ਦੇਖਦੇ ਹਾਂ ਸਾਹਿਤ ਨੂੰ ਪਿਆਰ ਕਰਨ ਵਾਲੇ, ਉਹ ਨੌਜਵਾਨ ਵੀ ਬਹੁਤ ਨੇਗੇ। ਪਰ ਮੈਂ ਇੱਥੇ ਤੁਹਾਡੀ ਜੋ ਜ਼ਿੰਦਗੀ ਦਾ ਨਿਚੋੜ ਹੈ, ਉਹਦੇ ਵਿੱਚੋਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੀ ਵੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਜੋ ਯੂਨੀਅਨਸ ਹੁੰਦੀਆਂ ਸੀ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ, ਤਾਂ ਅੱਜ ਦੇ ਨੌਜਵਾਨ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਕਿਵੇਂ ਉਹ ਜੇ ਚਾਹੁੰਦਾ ਹੈ ਕਿ ਇਹ ਜੋ ਗਲਤ ਸੋਚ ਹੈ ਉਹਨੂੰ ਦਬਾਇਆ ਜਾਵੇ ਜਾਂ ਉਹਨੂੰ ਬਦਲਿਆ ਜਾਵੇ, ਤਾਂ ਉਹ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਤਾਂ ਕਿ ਜਿਹੜੇ ਬਾਕੀ ਦੇ ਨੌਜਵਾਨ ਨੇ ਉਹ ਉਹਨਾਂ ਨੂੰ ਆਪਣੇ ਨਾਲ ਲਾ ਕੇ ਚੱਲੇ ਅਤੇ ਇੱਕ ਜਿਹੜੀ ਵੱਖਰੀ ਲਹਿਰ ਆਪਾਂ ਉਹਦੀ ਸ਼ੁਰੂਆਤ ਕਰ ਸਕੀਏ? ਮੈਂ ਇਹ ਸਮਝਦਾ ਕਿ ਜਿਹੜਾ ਯੂਥ ਦੇ ਭਟਕਣ ਦਾ ਸਵਾਲ ਹੈ, ਇਹਦੇ ਪਿੱਛੇ ਸਿਸਟਮ ਜ਼ਿੰਮੇਵਾਰ ਹੈ। ਇਹ ਮੁਹਾਵਰਾ ਹੀ ਹੈ ਇੱਕ, ਜਥਾ ਰਾਜਾ ਤਥਾ ਪਰਜਾ। ਸਰਕਾਰਾਂ ਜਿਹੋ ਜਿਹਾ ਵਾਤਾਵਰਨ ਉਸਾਰਦੀਆਂ ਨੇ, ਜੇ ਉਹ ਚੈੱਕ ਨਹੀਂ ਲਾਉਂਦੀਆਂ ਤਾਂ ਯੂਥ ਦੀ ਭਟਕਣ ਦੇ ਕਾਰਨ ਬਣਦੇ ਨੇ। ਜਿਵੇਂ ਸਭ ਤੋਂ ਪਹਿਲੀ ਗੱਲ ਮੈਂ ਇਹ ਕਹੂੰਗਾ ਕਿ ਗੰਦੇ ਤੋਂ ਗੰਦੇ ਗੀਤ ਲਿਆ ਕੇ ਪਰੋਸੇ ਗਏ ਅਤੇ ਨੌਜਵਾਨ ਤਬਕੇ ਨੂੰ ਗੁੰਡਾ, ਬਦਮਾਸ਼ ਚੱਕ ਦਿੰਦੇ ਹੁੰਦੇ ਫੱਟੇ, ਅਸੀਂ ਚੌੜੀਆਂ ਛਾਤੀਆਂ ਵਾਲੇ, ਬੰਦੂਕਾਂ ਵਾਲੇ, ਗੰਡਾਸੇ ਖੜਕਦੇ ਆ, ਸਾਡੇ ਗਲਾਸੀਆਂ ਖੜਕਦੀਆਂ ਨੇ। ਜਾਣੀ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ, ਜੱਟ ਨੂੰ ਵੀ, ਕਿਸਾਨ ਨੂੰ ਵੀ ਵੈਲੀ, ਜਾਣੀ ਬਦਮਾਸ਼। ਇਸ ਤਰ੍ਹਾਂ ਦੇ ਗੀਤ ਲਿਆ ਕੇ ਜਿਸ ਤਰ੍ਹਾਂ ਦੀ ਸਾਈਕੀ, ਜਿਸ ਤਰ੍ਹਾਂ ਦਾ ਮਨੋਵਿਗਿਆਨ ਉਸਾਰਿਆ ਗਿਆ ਬੱਚਿਆਂ ਦਾ, ਉਹਦਾ ਪ੍ਰਭਾਵ ਲੈਣਾ ਹੀ ਲੈਣਾ ਬੱਚਿਆਂ ਨੇ। ਨੌਜਵਾਨ ਜਿਹੜਾ ਭਟਕਣ ਦਾ ਇੱਕ ਤਾਂ ਇਹ ਕਾਰਨ ਹੋ ਗਿਆ। ਨੰਬਰ 2 ਤੇ ਦੂਜਾ ਕਾਰਨ, ਉਹਨਾਂ ਨੂੰ ਬੇਰੁਜ਼ਗਾਰ ਰੱਖ ਕੇ, ਕੋਈ ਕਿਸੇ ਤਰ੍ਹਾਂ ਦੀਆਂ ਨੌਕਰੀਆਂ ਦੇ ਵਿੱਚ ਕੋਈ ਥਾਂ ਨਾ ਦੇਣ ਕਰਕੇ ਧਰਤੀ ਦੇ ਉੱਤੇ ਉਹਨਾਂ ਨੂੰ ਪੈਰ ਧਰਨ ਨੂੰ ਥਾਂ ਨਹੀਂ ਦਿੱਤਾ ਗਿਆ ਅਤੇ ਨਸ਼ਿਆਂ ਦਾ ਹੜ੍ਹ ਲਿਆ ਦਿੱਤਾ ਗਿਆ। ਬੱਚਿਆਂ ਨੂੰ ਨਸ਼ਿਆਂ ਵਿੱਚ ਪਾ ਕੇ ਨੌਜਵਾਨ ਤਬਕੇ ਨੂੰ ਉਹ ਬਰਬਾਦੀ ਕੀਤੀ ਗਈ ਹੈ ਸਾਡੇ ਇਸ ਸਮਾਜ ਦੀ। ਪਰ ਅੱਜ ਇਸ ਤਰ੍ਹਾਂ ਦਾ ਇੱਕ ਮਾਹੌਲ ਨਵਾਂ ਬਣਿਆ, ਜਦੋਂ ਕੁਝ ਧਰਤੀ ਦੇ ਉੱਤੇ ਹਿਲਜੁਲ ਹੋਈ ਹੈ, ਕਿਸਾਨ ਉੱਠੇ ਨੇ। ਜਿਹੜੀ ਮੈਂ ਇਹ ਗੱਲ ਉਚੇਚੇ ਤੌਰ 'ਤੇ ਕਹੂੰਗਾ ਕਿ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਬਿਗਲ ਵਜਾਇਆ ਤਾਂ ਉਸ ਵੇਲੇ ਨੌਜਵਾਨ ਤਬਕਾ ਨਾਲ ਦੀ ਨਾਲ ਜਾਗਿਆ। ਇਹ ਨੌਜਵਾਨ ਤਬਕੇ ਦੇ ਜਾਗਣ ਦੀ ਇੱਕ ਚਿੰਨ੍ਹ ਹੈ, ਜਿਹੜਾ ਇਹੀ ਰਸਤਾ ਹੈ। ਜਿਹੜੀ ਗੱਲ ਮੈਂ
ਨੌਜਵਾਨਾਂ ਨੂੰ ਤੁਸੀਂ ਕਿਹਾ ਵੀ ਮੈਂ ਉਹਨਾਂ ਨੂੰ ਕੋਈ ਸੰਦੇਸ਼ ਕੀ ਦੇ ਸਕਦਾ, ਮੈਂ ਇਹੀ ਕਹਿ ਸਕਦਾ ਕਿ ਤੁਸੀਂ ਜਿਸ ਤਰ੍ਹਾਂ ਦੇ ਇਸ ਸੰਘਰਸ਼ ਵਿੱਚ ਪਏ ਹੋ, ਇਹ ਤੁਹਾਡੀ ਢਲਾਈ ਹੋ ਰਹੀ ਹੈ, ਤੁਹਾਡੀ ਸ਼ਖਸੀਅਤ ਦੀ ਉਸਾਰੀ ਹੋ ਰਹੀ ਹੈ। ਹੁਣ ਬਹੁਤ ਯੂਥ ਜਿਹੜਾ ਹੈਗਾ ਉਹ ਅੱਜ ਚੰਗੀ ਦਿਸ਼ਾ ਵੱਲ ਗਿਆ। ਇੱਥੋਂ ਤੱਕ ਵੀ ਦਿੱਲੀ ਤੋਂ ਵੀ ਇਹ ਖਬਰਾਂ ਆ ਰਹੀਆਂ ਨੇ ਕਿ ਉੱਥੇ ਕੋਈ ਨੌਜਵਾਨ ਨਸ਼ਾ ਨਹੀਂ ਕਰ ਰਿਹਾ, ਨੌਜਵਾਨ ਪੂਰੇ ਜੋਸ਼ ਨਾਲ ਦਿੱਲੀ ਬੈਠੇ ਨੇ। ਇੱਥੇ ਵੀ ਹੁਣ ਦੇਖ ਰਹੇ ਹਾਂ ਅਸੀਂ ਧਰਾਤਲ ਦੇ ਉੱਤੇ, ਖਾਸ ਕਰਕੇ ਪਿੰਡਾਂ ਵਿੱਚ ਨੌਜਵਾਨ ਉੱਠਿਆ ਹੈ, ਨੌਜਵਾਨ ਜਾਗਿਆ ਹੈ। ਉਹਨਾਂ ਨੇ ਨਸ਼ਿਆਂ ਵਾਲੀ ਗੱਲ ਵੀ ਅਤੇ ਲੱਚਰਤਾ ਵਾਲੀ ਗੱਲ ਵੀ ਛੱਡੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਅਤੇ ਮੈਂ ਚਾਹਾਂਗਾ, ਇਹੀ ਗੱਲ ਕਹਿਣੀ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਾਕੀ ਦੇ ਯੂਥ ਅਜੇ ਇਸ ਨਹੀਂ ਸੰਭਲੇ, ਉਹ ਸੰਭਲਣ, ਉਹ ਚੰਗੇ ਪਾਸੇ ਨੂੰ ਤੁਰਨ, ਨਸ਼ਿਆਂ ਤੋਂ ਅਤੇ ਹੋਰ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚਣ। ਇਹ ਇੱਕ ਚੰਗਾ ਮੋੜ ਵੀ ਆਇਆ ਹੈ ਕਿ ਹੁਣ ਇਸ ਵੇਲੇ ਕੋਈ ਵੀ ਲੱਚਰ ਗੀਤ ਪਹਿਲਾਂ ਦੇ ਜਿਹੜੇ ਛਪੇ ਹੋਏ ਨੇ ਜਾਂ ਪਹਿਲਾਂ ਦੇ ਰਿਕਾਰਡ ਹੋਏ ਨੇ, ਉਹ ਅਜੇ ਮੰਡੀਰ ਲਈ ਫਿਰਦੀ ਆ ਕੁਛ ਨਾ ਕੁਛ। ਪਰ ਇਹ ਨਹੀਂ ਹੈ ਕਿ ਨਵੇਂ ਗੀਤ ਕੋਈ ਆਏ ਹੋਣ, ਨਵੇਂ ਗੀਤ ਹੋਰ ਤਰ੍ਹਾਂ ਦੇ ਆ ਰਹੇ ਨੇ। ਹੁਣ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਜਾਂ ਲੋਕਾਂ ਨੂੰ ਬਹਾਦਰ ਦਰਸਾਇਆ ਜਾ ਰਿਹਾ ਹੈ, ਚੰਗੇ ਦਰਸਾਇਆ ਜਾ ਰਿਹਾ ਹੈ। ਯਾਨੀ ਇਹ ਇੱਕ ਪੱਖੀ ਪੱਖ ਮੈਂ ਸਮਝਦਾ ਕਿ ਨੌਜਵਾਨ ਤਬਕੇ ਦੇ ਮੂਹਰੇ ਆਇਆ ਅਤੇ ਇਸ ਤੋਂ ਜ਼ਰੂਰ ਅਗਵਾਈ ਲੈਣਗੇ। ਸਰ, ਇੱਥੇ ਮੈਂ ਇੱਕ ਹੋਰ ਗੱਲ ਵੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਵੀ ਜਿਵੇਂ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸਾਲਾਂ ਤੋਂ ਇੱਕ ਚਲਦੀ ਫਿਰਦੀ ਲਾਇਬ੍ਰੇਰੀ ਬਣਾਈ ਹੋਈ ਹੈ। ਮਤਲਬ ਨੌਜਵਾਨਾਂ ਨੂੰ ਤੁਸੀਂ ਬਹੁਤ ਸਮੇਂ ਤੋਂ ਸੇਧ ਦਿੰਦੇ ਆ ਰਹੇ ਹੋ ਜਦੋਂ ਉਹ ਵਿਦਿਆਰਥੀ ਜੀਵਨ 'ਚ ਹੁੰਦੇ ਨੇਗੇ। ਕਈ ਸਕੂਲਾਂ ਦੇ ਵਿੱਚ ਵੀ ਤੁਸੀਂ ਜਾਂਦੇ ਹੈਗੇ ਹੋਗੇ। ਇਹ ਜਿਹੜਾ ਮਤਲਬ ਹੁਣ ਤਾਂ ਚਲੋ ਆਪਾਂ ਇਹ ਸੋਚਣਾ ਸ਼ੁਰੂ ਕਰਤਾ, ਆਪਾਂ ਕਹਿੰਦੇ ਵੀ ਕਿੱਦਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ ਵੀ ਜਿਹਦੇ ਵਿੱਚ ਬਦਲਾਵ ਦੀ ਗੱਲ ਚੱਲ ਰਹੀ ਹੈ, ਪਰ ਤੁਸੀਂ ਤਾਂ ਮੇਰੇ ਖਿਆਲ ਵੀ ਇਸ ਬਦਲਾਵ ਬਾਰੇ ਬਹੁਤ ਸਮਾਂ ਪਹਿਲਾਂ ਹੀ ਸੋਚ ਲਿਆ ਸੀ। ਸੋ ਇਹ ਜਿਹੜਾ ਫੁਰਨਾ ਸੀ ਇਹ ਤੁਹਾਡੇ ਦਿਮਾਗ 'ਚ ਕਿਵੇਂ ਫੁਰਿਆ ਜੀ? ਅਪ੍ਰੈਲ 2002 ਦੀ ਗੱਲ ਹੈ ਬੇਟਾ ਜੀ। ਮੈਂ ਉਸ ਵੇਲੇ ਰਿਟਾਇਰ ਹੋ ਚੁੱਕਿਆ ਸੀ। ਪੰਜਾਬੀ ਸਾਹਿਤ ਸਭਾ ਦਿੱਲੀ ਬਹੁਤ ਵੱਡੀ ਸੰਸਥਾ ਹੈ, ਹਿੰਦੁਸਤਾਨ ਪੱਧਰ ਦੀ, ਨੈਸ਼ਨਲ ਲੈਵਲ ਦੀ। ਪਾਪਾ ਪ੍ਰੀਤਮ ਸਿੰਘ ਸੀਗੇ ਜਿਹੜੇ ਨਵਯੁੱਗ ਪਬਲੀਕੇਸ਼ਨ ਦਾ ਕੰਮ ਚਲਾਉਂਦੇ ਆ, ਉੱਥੇ ਕਿਤਾਬਾਂ ਬਹੁਤ ਉੱਚ ਕੋਟੀ ਦੀਆਂ ਕਿਤਾਬਾਂ ਛਾਪਦੇ ਆ। ਉਹ ਚੇਅਰਮੈਨ ਸੀ ਉਸ ਵੇਲੇ ਸਾਹਿਤ ਸਭਾ ਦੇ। ਉਹਨਾਂ ਦੀ ਮੈਨੂੰ ਚਿੱਠੀ ਮਿਲੀ। ਗੁਰਬਚਨ ਭੁੱਲਰ ਸਾਡੇ ਇਲਾਕੇ ਦੇ ਨੇ ਕਹਾਣੀਕਾਰ, ਉਹਨਾਂ ਦਾ ਵੀ ਮੈਨੂੰ ਉਦੋਂ ਚਿੱਠੀ ਆਈ ਵੀ ਤੁਸੀਂ ਦਿੱਲੀ ਆਓ। ਮੈਨੂੰ ਨਹੀਂ ਸੀ ਪਤਾ ਵੀ ਕਿਉਂ ਦਿੱਲੀ ਬੁਲਾਇਆ ਗਿਆ। ਉੱਥੇ ਜਾ ਕੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਦੀ ਸਾਡੀ ਬੱਸ ਬਣਾਈ ਹੋਈ ਹੈ, ਯੋਜਨਾ ਸਾਡੀ, ਅਤੇ ਤੁਸੀਂ ਇਹ ਲੈ ਕੇ ਜਾਓ, ਲੋਕਾਂ 'ਚ ਲੈ ਕੇ ਜਾਓ। ਮੈਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਇਹ ਆਪਦੇ ਬੰਦੇ ਭੇਜਣਗੇ, ਮੈਂ ਅਗਵਾਈ ਦੇਵਾਂਗਾ। ਪਰ ਇੱਥੇ ਜਦੋਂ ਉਹਨਾਂ ਨੇ ਅਪ੍ਰੈਲ ਦੇ ਦਿਨਾਂ ਦੇ ਵਿੱਚ ਬੱਸ ਬਠਿੰਡੇ ਭੇਜ ਦਿੱਤੀ ਅਤੇ ਨਾਲ ਉੱਥੋਂ ਮੈਨੂੰ ਫ਼ੋਨ ਵੀ ਆ ਗਿਆ, ਚਿੱਠੀ ਵੀ ਆ ਗਈ ਉਹਨਾਂ ਦੀ ਲਿਖੀ ਹੋਈ ਕਿ ਇਹ ਤੁਸੀਂ ਹੀ ਲੈ ਕੇ ਜਾਣੀ ਹੈ। ਉਹ ਇੱਕ ਤਰ੍ਹਾਂ ਦਾ ਮੈਂ ਬੰਧਨ 'ਚ ਆ ਗਿਆ। ਫਿਰ 21 ਅਪ੍ਰੈਲ 2002 ਤੋਂ ਉਹ ਚੱਲਦੀ ਫਿਰਦੀ ਲਾਇਬ੍ਰੇਰੀ ਦਿੱਲੀ ਵਾਲਿਆਂ ਦੀ ਟੀਚਰਸ ਹੋਮ ਤੋਂ ਇੱਕ ਵੱਡਾ ਸਮਾਗਮ ਕਰਕੇ ਪ੍ਰੋਫੈਸਰ ਗੁਰਦਿਆਲ ਸਿੰਘ ਅਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਉੱਚ ਕੋਟੀ ਦੇ ਵਿਦਵਾਨ ਨੇ ਡਾਕਟਰ ਸੁਰਜੀਤ ਲੀ, ਉਹਨਾਂ ਦੋਹਾਂ ਨੇ ਵੱਡਾ ਪ੍ਰੋਗਰਾਮ ਕਰਕੇ ਅਸੀਂ ਸੱਭਿਆਚਾਰ ਦੇ ਉੱਤੇ ਉਹ ਬੱਸ ਰਵਾਨਾ ਕੀਤੀ। ਮੈਂ ਉਹ ਬੱਸ ਲੈ ਕੇ ਜਾਂਦਾ ਰਿਹਾ। ਫਿਰ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਵੀ ਇਹ ਬੱਸ ਕਾਮਯਾਬ ਨਹੀਂ ਹੋ ਰਹੀ ਜਾਂ ਕਿਸ ਤਰ੍ਹਾਂ ਹੋ ਰਿਹਾ ਹੈ। ਹਾਲਾਂਕਿ ਲਿਟਰੇਚਰ ਉਹਨਾਂ ਦਾ ਬਹੁਤ ਲੋਕਾਂ ਤੱਕ ਜਾ ਚੁੱਕਿਆ ਸੀ, ਬਹੁਤ ਵੰਡਿਆ ਜਾ ਚੁੱਕਿਆ ਸੀ। ਪਰ ਜਿਹੜੀ ਮੈਂ ਇੱਕ ਲਾਈਨ ਤੋਰੀ ਸੀ ਵੀ 50% ਡਿਸਕਾਊਂਟ 'ਤੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਣ, ਲੋਕਾਂ ਨੂੰ ਦਿੱਤੀਆਂ ਜਾਣ, ਇਹਦੇ ਨਾਲ ਫਿਰ ਪੰਜਾਬੀ ਸਾਹਿਤ ਸਭਾ ਦਿੱਲੀ ਨੂੰ ਘਾਟਾ ਪੈ ਗਿਆ, ਕਾਫੀ ਵੱਡਾ ਘਾਟਾ ਸਹਿਣਾ ਪੈ ਗਿਆ। ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਪ੍ਰੋਫਿਟ ਵੀ ਲੈ ਕੇ ਦੇਊਗਾ। ਮੈਂ ਪ੍ਰੋਫਿਟ ਦਿੱਤਾ ਨਹੀਂ, ਉਹਨਾਂ ਨੇ ਬੱਸ ਵੇਚ ਦਿੱਤੀ। ਫਿਰ 11 ਨਵੰਬਰ 2004 ਨੂੰ ਮੈਂ ਆਪਣੀ ਪੈਨਸ਼ਨ ਦੇ 4.5 ਲੱਖ ਰੁਪਈਆ ਖਰਚ ਕੇ ਆਪਣੀ ਗੱਡੀ ਖਰੀਦ ਲਈ ਔਰ ਮੈਂ ਇਹ ਫੈਸਲਾ ਕਰ ਲਿਆ ਵੀ ਮੈਂ ਇਹਦੇ ਵਿੱਚੋਂ ਕਮਾਈ ਨਹੀਂ ਕਰੂੰਗਾ। ਫਿਰ ਕਿਤਾਬਾਂ ਉਹਨਾਂ ਤੋਂ ਵੀ ਮੰਗਵਾਈਆਂ, ਹੋਰਾਂ ਥਾਵਾਂ ਤੋਂ ਵੀ ਮੰਗਵਾਈਆਂ। ਉੱਥੋਂ 40% 'ਤੇ ਕਿਤਾਬਾਂ ਲੈਣੀਆਂ, ਗਾਹਾਂ 50% 'ਤੇ ਵੇਚਣੀਆਂ। 10% ਜਿਹੜਾ ਕਮਾਉਣਾ ਉਹ ਤੇਲ ਪਾਣੀ ਦਾ ਖਰਚਾ, ਮੇਨਟੇਨੈਂਸ ਦਾ ਖਰਚਾ, ਜਿਹੜੇ ਮੁਲਾਜ਼ਮ ਰੱਖੇ ਹੋਏ ਸੀ ਨਾਲ ਹੈਲਪਰ, ਉਹਨਾਂ ਨੂੰ ਦੇਣ। ਇਸ ਤਰ੍ਹਾਂ ਕਰਕੇ ਮੈਂ ਉਹ ਕੰਮ ਚਲਾਇਆ, ਜਿਹੜਾ ਮੈਂ ਕਹਿ ਲਈਏ ਵੀ ਪਿਛਲੇ 2 ਸਾਲ ਤੋਂ ਪਹਿਲਾਂ ਤੱਕ ਤਕਰੀਬਨ 2600 ਸਕੂਲਾਂ ਕਾਲਜਾਂ ਵਿੱਚ ਮੈਂ ਜਾਣੀ ਹਾਜ਼ਰੀ ਲਵਾ ਚੁੱਕਿਆ, ਜਿੱਥੇ ਮੈਂ ਵਿਦਿਆਰਥੀਆਂ ਦੇ ਵਿੱਚ ਭਾਸ਼ਣ ਦਿੰਦਾ ਸੀ। ਤਕਰੀਬਨ ਘੰਟਾ, ਡੇਢ ਘੰਟਾ ਮੈਂ ਬੋਲਦਾ ਸੀ ਸਾਡਾ ਸੱਭਿਆਚਾਰ ਕੀ ਹੈ, ਸਾਡਾ ਇਤਿਹਾਸ ਕੀ ਹੈ, ਸਾਡਾ ਵਿਰਸਾ ਕੀ ਹੈ ਅਤੇ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਉਹ ਜਿੰਨੀਆਂ ਆਪਾਂ ਹੁਣ ਗੱਲਾਂ ਕੀਤੀਆਂ ਨੇ ਹੁਣ ਤੱਕ, ਇਹ ਸਾਰੀਆਂ ਗੱਲਾਂ ਮੈਂ ਤਕਰੀਬਨ ਦੁਹਰਾਉਂਦਾ ਸੀ ਅਤੇ ਉਹ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੋਟੀਵੇਸ਼ਨ ਹੁੰਦੀ ਸੀ, ਉਹਨਾਂ ਉਤਸ਼ਾਹ ਹੁੰਦਾ ਸੀ ਉਹਨਾਂ ਦੇ ਅੰਦਰ।
ਫਿਰ ਟੀਚਰਸ ਆਪ ਹੀ ਜਾਣੀ ਮੇਜ਼ ਮੂਜ ਲਗਵਾ ਕੇ, ਕਿਤਾਬਾਂ ਡਿਸਪਲੇ ਕਰਕੇ, ਨੁਮਾਇਸ਼ ਲਾ ਕੇ ਆਪ ਹੀ ਉਹਨਾਂ ਨੇ ਕਿਤਾਬਾਂ ਬੱਚਿਆਂ ਦੇ ਵਿੱਚ ਵੰਡਣੀਆਂ, ਆਪ ਹੀ ਉਹਨਾਂ ਨੇ ਲਿਸਟਾਂ ਬਣਾਉਣੀਆਂ, ਆਪ ਹੀ ਪੈਸੇ ਇਕੱਠੇ ਕਰਨੇ। ਮੈਨੂੰ ਤਾਂ ਬਹੁਤ ਵਾਰੀ ਕਹਿੰਦੇ ਵੀ ਤੁਸੀਂ ਤਾਂ ਦਫ਼ਤਰ ਜਾ ਕੇ ਆਰਾਮ ਕਰੋ, ਤੁਸੀਂ ਬੋਲ ਕੇ ਹਟਿਓ ਅਤੇ ਤੁਸੀਂ ਚੁੱਪ ਕਰਕੇ ਬੈਠੋ। ਸ਼ਾਮ ਤੱਕ ਇਹ ਕਹਿ ਲਈਏ 2-2 ਹਜ਼ਾਰ, 2.5-2.5 ਹਜ਼ਾਰ, 3-3 ਹਜ਼ਾਰ ਰੁਪਈਆ ਬੈਗ ਦੇ ਵਿੱਚ ਪਾਇਆ ਹੁੰਦਾ ਸੀ। ਉਹ ਟੀਚਰ ਮੇਰੇ ਸਾਹਮਣੇ ਲਿਆ ਕੇ ਰੱਖ ਦਿੰਦੇ ਸੀ ਵੀ ਆਹ ਤੁਹਾਡਾ ਹੈ। ਇਸ ਤਰ੍ਹਾਂ ਕਰਕੇ ਜਾਣੀ ਮੈਂ ਉਹ ਜਿਹੜੇ ਪੈਸੇ ਉਹਦੇ ਵਿੱਚੋਂ ਜੇ ਬਚਦੇ ਵੀ ਸੀ, ਕੁਛ ਕੋਈ ਪ੍ਰੋਫਿਟ ਹੋ ਵੀ ਜਾਂਦਾ ਸੀ, ਤਾਂ ਉਹੀ ਪ੍ਰੋਫਿਟ ਮੈਂ ਕਿਸੇ ਹੋਰ ਕਿਤਾਬ ਦੇ ਵਿੱਚ ਪਾ ਦਿੰਦਾ ਸੀ। ਜਾਣੀ ਇਸ ਤਰ੍ਹਾਂ ਉਹ ਇਹ ਜਿਹਨੂੰ ਆਪਾਂ ਅੰਗਰੇਜ਼ੀ ਰੋਟੇਸ਼ਨ ਕਹਿ ਸਕਦੇ ਹਾਂ, ਉਹ ਪੈਸੇ ਦਾ ਮੁੜ ਕੇ ਦੁਹਰਾ ਕਿਤਾਬਾਂ ਵਾਲੇ ਪਾਸੇ ਜਾਈ ਗਿਆ ਅਤੇ ਮੈਂ ਉਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਕਮਾਈ ਨਹੀਂ ਕੀਤੀ। ਅਤੇ ਬੱਚਿਆਂ ਨੂੰ ਇਹ ਕਹਿ ਦਿੱਤਾ ਸੀ ਵੀ ਤੁਸੀਂ ਭਾਈ ਮੇਰੇ ਕੋਲ ਪੈਸਾ ਨਹੀਂ ਮੰਗਣਾ, ਇਸ ਗੱਡੀ 'ਚੋਂ ਪੈਸਾ ਨਹੀਂ ਮੰਗਣਾ, ਮੇਰੀ ਪੈਨਸ਼ਨ ਤੁਹਾਡੇ ਲਈ ਹੈ। ਅਤੇ ਉਸ ਤੋਂ ਬਾਅਦ ਜਦੋਂ ਮੈਂ ਪਿਛਲੇ ਦਿਨਾਂ 'ਚ 2 ਸਾਲ ਹੋ ਗਏ ਮੈਂ ਢਿੱਲਾ ਮੱਠਾ ਰਹਿਣ ਲੱਗ ਗਿਆ, ਅਤੇ ਅੱਜ ਉਹ ਵੈਨ ਭਰੀ ਭਰਾਈ ਤਕਰੀਬਨ 15-20 ਲੱਖ ਦੀਆਂ 20 ਲੱਖ ਦੀਆਂ ਕਿਤਾਬਾਂ ਅਤੇ ਬਣੀ ਬਣਾਈ ਉਹ ਗੱਡੀ ਜਿਹੜੀ ਵੈਨ ਹੈ, ਉਹ ਮੈਂ ਜਾਣੀ ਕਿਸਾਨਾਂ ਦੇ ਮੋਰਚੇ ਨੂੰ ਭੇਟਾ ਕਰ ਦਿੱਤੀ ਹੈ। ਉਹ ਇਸ ਵੇਲੇ ਦਿੱਲੀ ਖੜ੍ਹੀ ਹੈ। ਜਦੋਂ ਮੈਨੂੰ ਉੱਥੋਂ ਸੁਨੇਹਾ ਮਿਲਿਆ ਕਿ ਜਿਵੇਂ ਤੁਸੀਂ ਗੱਡੀ ਚਲਾਈ ਸੀ ਵੈਨ, ਇਹ ਚਲਦੀ ਫਿਰਦੀ ਲਾਇਬ੍ਰੇਰੀ, ਅਸੀਂ ਇਹਦਾ ਕੀ ਕਰਾਂਗੇ, ਮੈਂ ਫਿਰ ਪਰਤਮਾ ਸੁਨੇਹਾ ਉਹਨੂੰ ਦਿੱਤਾ ਕਿ ਤੁਸੀਂ ਕਿਤਾਬਾਂ ਲੋਕਾਂ ਵਿੱਚ ਵੰਡ ਦਿਓ ਅਤੇ ਇਸ ਗੱਡੀ ਨੂੰ ਤੁਸੀਂ ਜਿਵੇਂ ਮਰਜ਼ੀ ਵਰਤੋ, ਇਹ ਤੁਹਾਡੀ ਹੈ। ਇਹਦੀ ਜੋ ਮਰਜ਼ੀ ਤੁਸੀਂ ਜਿਸ ਤਰ੍ਹਾਂ ਵੀ ਸੇਵਾ ਲੈਣੀ ਇਸ ਤੋਂ, ਉਹ ਤੁਸੀਂ ਆਪਦੇ ਹਿਸਾਬ ਨਾਲ ਚਲਾਓ। ਇਹ ਗੱਡੀ ਮੇਰੇ ਕੋਲ ਵਾਪਸ ਨਹੀਂ ਆਉਣੀ ਚਾਹੀਦੀ, ਇਹ ਹੁਣ ਉਹਨਾਂ ਦੇ ਹਵਾਲੇ ਹੈ। ਇਸ ਵੇਲੇ ਉਹ ਟਿੱਕਰੀ ਬਾਰਡਰ ਦੇ ਉੱਤੇ ਗੱਡੀ ਖੜ੍ਹੀ ਹੈ। ਮੈਨੂੰ ਜਿਵੇਂ ਪਤਾ ਲੱਗਦਾ ਅਤੇ ਉਹਦੇ ਵਿੱਚ ਉਹਨੇ ਸਾਊਂਡ ਸਿਸਟਮ ਫਿੱਟ ਕਰ ਲਿਆ, ਅਤੇ ਅੱਜ ਉਹਨਾਂ ਦਾ ਡਾਲਾ ਤਾਂ ਜਿਹਦੇ ਇੱਥੇ ਪਿਆ ਹੈ, ਇਹ ਵੀ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਲੈ ਜਾਓ ਇਹ ਵੀ ਚੱਕ ਕੇ। ਚਲੋ ਖੈਰ, ਜਿਵੇਂ ਵੀ ਹੈ, ਮੈਂ ਸੰਤੁਸ਼ਟ ਹਾਂ ਆਪਣੇ ਇਸ ਹੁਣ ਤੱਕ ਦੇ ਜਿਹੜੀ ਮੈਂ ਸੇਵਾ ਕਰ ਸਕਿਆ ਸਮਾਜ ਦੀ। ਅਤੇ ਉਮੀਦ ਹੈ 81ਵਾਂ ਸਾਲ ਮੇਰਾ ਚੱਲ ਰਿਹਾ ਹੈ, ਉਮੀਦ ਤਾਂ ਮੈਂ ਇਹੀ ਕਰਦਾ ਕਿ ਅਗਲੇ ਦਿਨ ਵੀ ਮੇਰੇ ਲੋਕ ਸੇਵਾ ਵਿੱਚ ਹੀ ਲੱਗਣ। ਅਸੀਂ ਸਰ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ, ਅਤੇ ਤੁਸੀਂ ਜਿਸ ਤਰ੍ਹਾਂ 80 ਸਾਲ ਆਪਾਂ ਕਹਿ ਲਈਏ ਵੀ ਸਾਨੂੰ ਜਾਂ ਸਾਡੇ ਸਮਾਜ ਨੂੰ ਆਪਣੀਆਂ ਜੋ ਬੜਮੁੱਲੀਆਂ ਦੇਣਾਂ ਜੋ ਦਿੱਤੀਆਂ ਨੇਗੀਆਂ, ਮਤਲਬ ਆਪਣੀ ਜੋ ਕਿਰਤ ਕਮਾਈ ਜਿਹਨੂੰ ਆਪਾਂ ਕਹਿ ਲਈਏ ਵੀ ਉਹਨੂੰ ਵੀ ਤੁਸੀਂ ਨੌਛਾਵਰ ਕਰ ਦਿੱਤਾ ਸਾਡੇ ਲੋਕਾਂ ਦੇ ਲਈ, ਤਾਂ ਕਿ ਉਹਨਾਂ ਦਾ ਕੋਈ ਭਲਾ ਹੋ ਸਕੇ। ਸੋ ਅਸੀਂ ਇਹੀ ਕਾਮਨਾ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਆਪਣਾ ਯੋਗਦਾਨ ਹੈਗਾ ਉਹ ਜਾਰੀ ਰੱਖੋ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਜੀ। ਸੁਪਨ ਉਡਾਰੀ ਚੈਨਲ ਦੇ ਸੰਚਾਲਕ ਸਤਪਾਲ ਮਾਨ ਜੀ, ਨਾਲ ਸਹਿਯੋਗੀ ਬੇਟੀ ਖੁਸ਼ਪ੍ਰੀਤ ਸ਼ੇਰਗਿੱਲ, ਅਤੇ ਤੁਸੀਂ ਸਾਰੇ ਸਰੋਤੇ, ਮੈਂ ਤੁਹਾਡਾ ਬਹੁਤ 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 ਧੰਨਵਾਦੀ ਹਾਂ ਕਿ ਤੁਸੀਂ ਇਹ ਟਾਈਮ ਕੱਢਿਆ, ਮੇਰੀਆਂ ਗੱਲਾਂ ਸੁਣੀਆਂ, ਮੈਨੂੰ ਤੁਸੀਂ ਮੌਕਾ ਦਿੱਤਾ ਚੈਨਲ ਦੇ ਉੱਤੇ ਆਉਣ ਦਾ। ਇੱਕ ਵਾਰ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ।